Hello everyone, welcome to my YouTube channel Study with Rakshita. So this is our first lecture and today we are going to start our first chapter, which is reproduction in organisms. So before starting that chapter we have to know what is reproduction. So reproduction is the phenomena by which the species is continued. Okay, so organisms are we ਆਪਣੇ ਦੇ ਵਿੱਚ ਜੋ ਵੀ ਰੀਪਰੋਡਕਸ਼ਨ ਹੁੰਦੀ ਹੈ ਆਪਾਂ ਉਹਦੇ ਬਾਰੇ ਅੱਜ ਸਟੱਡੀ ਕਰਨੀ ਹੈ। ਸੋ ਰੀਪਰੋਡਕਸ਼ਨ ਟੂ ਟਾਈਪਸ ਦੀ ਹੁੰਦੀ ਆ, ਆਪਾਂ ਨੂੰ ਪਤਾ ਹੈ ਏਸੈਕਸ਼ੂਅਲ ਰੀਪਰੋਡਕਸ਼ਨ ਐਂਡ ਸੈਕਸ਼ੂਅਲ ਰੀਪਰੋਡਕਸ਼ਨ। ਏਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਪੇਰੈਂਟ ਸੈੱਲ ਹੁੰਦਾ ਹੈ ਉਹ ਆਪਦੇ ਆਪ ਨੂੰ ਹੀ ਡਾਟਰ ਸੈੱਲਸ ਦੇ ਵਿੱਚ ਡਿਵਾਈਡ ਕਰ ਲੈਂਦਾ ਹੈ, ਫਿਰ ਪੇਰੈਂਟ ਸੈੱਲ ਨਹੀਂ ਬਚਦਾ, ਪੇਰੈਂਟ ਸੈੱਲ ਸਿਰਫ ਡਾਟਰ ਸੈੱਲਸ ਦੇ ਰੂਪ ਵਿੱਚ ਡਿਵਾਈਡ ਹੋ ਜਾਂਦਾ। ਉਸ ਤੋਂ ਬਾਅਦ ਜਿਹੜੀ ਸੈਕਸ਼ੂਅਲ ਰੀਪਰੋਡਕਸ਼ਨ ਹੈ ਉਹਦੇ ਵਿੱਚ ਦੋ ਮਤਲਬ ਕਿ ਮੇਲ ਐਂਡ ਫੀਮੇਲ ਉਹਨਾਂ ਦੀ ਗੈਮੇਟਸ ਕੰਬਾਈਨ ਕਰਦੇ ਆ, ਮੀਟ ਕਰਦੇ ਆ, ਉਹਦੇ ਨਾਲ ਇੱਕ ਨਿਊ ਆਰਗੇਨਿਜ਼ਮ ਬਣਦਾ, ਉਹਨੂੰ ਕਹਿੰਦੇ ਆ ਸੈਕਸ਼ੂਅਲ ਰੀਪਰੋਡਕਸ਼ਨ। ਸੋ ਆਹ ਚੈਪਟਰ ਦੇ ਵਿੱਚ ਆਪਣੇ ਕੋਲ ਸਾਰਿਆਂ ਨਾਲ ਫਸਟ ਜਿਹੜੀ ਟਰਮ ਆਉਂਦੀ ਆ ਉਹ ਹੈ ਲਾਈਫ ਸਪੈਨ। ਸੋ ਲਾਈਫ ਸਪੈਨ ਕੀ ਹੁੰਦਾ ਹੈ? ਪੀਰੀਅਡ ਆਫ ਬਰਥ ਟੂ ਨੈਚੁਰਲ ਡੈਥ, ਮਤਲਬ ਕਿ ਬਰਥ ਤੋਂ ਲੈ ਕੇ ਡੈਥ ਦੇ ਤੱਕ ਆਪਣੀ ਲਾਈਫ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਲਾਈਫ ਸਪੈਨ ਕਿਹਾ ਜਾਂਦਾ। ਲਾਈਫ ਸਪੈਨ ਦੇ ਡਿਫਰੈਂਟ ਫੇਸਿਸ ਹੁੰਦੇ ਆ, ਠੀਕ ਹੈ। ਪਹਿਲਾ ਬਰਥ ਫੇਸ, ਫਿਰ ਜੁਵੇਨਾਈਲ ਫੇਸ, ਫਿਰ ਰੀਪਰੋਡਕਸ਼ਨ ਫੇਸ, ਫਿਰ ਏਜਿੰਗ ਆਫ ਸਨਸੀਨ ਐਂਡ ਦੈਨ ਡੈਥ। ਬਰਥ ਫੇਸ ਦੇ ਵਿੱਚ ਆਪਣਾ ਬਰਥ, ਓਕੇ। ਉਸ ਤੋਂ ਬਾਅਦ ਜੁਵੇਨਾਈਲ ਫੇਸ ਦੇ ਵਿੱਚ ਆਪਣੀ ਉਹ ਮਤਲਬ ਕਿ ਬਰਥ ਤੋਂ ਬਾਅਦ ਜਿਹੜਾ ਸਟੇਜ ਹੁੰਦਾ ਉਹਨੂੰ ਕਿਹਾ ਜਾਂਦਾ ਬਿਫੋਰ ਡਿਵੈਲਪਿੰਗ ਕਪੈਸਿਟੀ ਆਫ ਰੀਪਰੋਡਕਸ਼ਨ, ਠੀਕ ਹੈ। ਜਦੋਂ ਆਪਾਂ ਮਤਲਬ ਕਿ ਰੀਪਰੋਡਕਸ਼ਨ ਦੇ ਲਈ ਤਿਆਰ ਨਹੀਂ ਹੁੰਦੇ ਉਸ ਫੇਸ ਨੂੰ ਕਿਹਾ ਜਾਂਦਾ। ਉਸ ਤੋਂ ਬਾਅਦ ਰੀਪਰੋਡਕਸ਼ਨ ਫੇਸ, ਪੁਬਰਟੀ ਫੇਸ, ਆਪਾਂ ਮੈਚਿਓਰ ਹੋ ਜਾਂਦੇ ਹਾਂ, ਠੀਕ ਹੈ। ਇਸ ਫੇਸ ਦੇ ਵਿੱਚ ਆਪਾਂ ਰੀਪਰੋਡਕਸ਼ਨ ਕਰਨ ਦੇ ਕਾਬਿਲ ਹੋ ਜਾਂਦੇ ਹਾਂ। ਫਿਰ ਉਸ ਤੋਂ ਬਾਅਦ ਏਜਿੰਗ ਆਫ ਸਨਸੀਨ। ਏਜਿੰਗ ਆਫ ਸਨਸੀਨ ਕੀ ਹੁੰਦਾ ਹੈ? ਮਤਲਬ ਕਿ ਪ੍ਰੋਗਰੈਸਿਵ ਡਿਕਲਾਈਨ ਵਿਦ ਟਾਈਮ ਸਨਸੀਨ ਅਕਰ ਥਰੂ ਆਊਟ ਦਾ ਲਾਈਫ, ਓਕੇ। ਮਤਲਬ ਕਿ ਆਪਣੀ ਜੀਵਨ ਦੇ ਵਿੱਚ ਮਤਲਬ ਕਿ ਆਪਾਂ ਵੱਧਦੇ ਜਾਂਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜਿੱਦਾਂ ਆਪਣੀ ਏਜ ਵੱਧਦੀ ਜਾਂਦੀ ਹੈ, ਆਪਣੀ ਉਮਰ ਘੱਟਦੀ ਜਾਂਦੀ ਹੈ, ਉਹ ਤੋਂ ਬਾਅਦ ਆਪਾਂ ਇੱਕ ਟਾਈਮ 'ਤੇ ਆਪਣੀ ਡੈਥ ਹੋ ਜਾਂਦੀ ਹੈ। ਉਹਦੇ ਨਾਲ ਪਰਮਾਨੈਂਟ ਸੀਜ਼ੇਸ਼ਨ ਆਫ ਅਵਰ ਵਾਈਟਲ ਐਕਟੀਵਿਟੀਜ਼, ਜਿੰਨੀਆਂ ਵੀ ਆਪਣੀ ਜ਼ਿੰਦਗੀ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਏਗਾ, ਠੀਕ ਹੈ। ਉਸ ਤੋਂ ਨੈਕਸਟ ਆਪਣੇ ਕੋਲ ਥੋੜ੍ਹੀ ਜਿਹੀ ਲਾਈਫ ਸਪੈਨ ਦਿੱਤੇ ਹੋਏ ਆ, ਮਤਲਬ ਕਿ ਛੋਟੇ ਜਿਹੜੇ ਆਰਗੇਨਿਜ਼ਮ ਹੁੰਦੇ ਆ ਉਹਨਾਂ ਦਾ ਲਾਈਫ ਸਪੈਨ ਦਿੱਤਾ ਹੋਇਆ, ਮਤਲਬ ਕਿ ਕਿੰਨਾ ਤੋਂ ਕਿੰਨਾ ਹੁੰਦਾ। ਜਿਹੜੀ ਮੇ ਫਲਾਈ ਹੁੰਦੀ ਹੈ, ਮੇ ਫਲਾਈ ਦਾ ਲਾਈਫ ਸਪੈਨ ਹੁੰਦਾ 24 ਆਵਰਸ ਦਾ, ਸਿਰਫ 24 ਆਵਰਸ ਦਾ। ਅਤੇ ਲੌਂਗੈਸਟ ਲਾਈਫ ਸਪੈਨ ਹੁੰਦਾ ਟੋਰਟੋਇਸ ਦਾ, ਜਿਹੜਾ ਕਿ ਹੁੰਦਾ 300 ਈਅਰਸ ਟੂ 400 ਈਅਰਸ। ਅਤੇ ਪੈਰਟ ਦਾ ਲਾਈਫ ਸਪੈਨ ਹੁੰਦਾ 140 ਈਅਰਸ। ਅਤੇ ਜਿਹੜੇ ਪਲਾਂਟ ਹੁੰਦੇ ਉਹਨਾਂ ਦੇ ਵਿੱਚ ਜਿਹੜਾ ਬਨਿਆਨ ਟਰੀ ਹੈ ਉਹਦਾ 1000 ਈਅਰ ਤੱਕ ਉਹ ਜ਼ਿੰਦਾ ਰਹਿ ਸਕਦਾ। ਅਤੇ ਜਿਹੜਾ ਹਿਊਮਨ ਹੁੰਦਾ ਉਹ 60 ਟੂ 70 ਈਅਰ ਮੈਕਸੀਮਮ ਜ਼ਿੰਦਾ ਰਹਿ ਸਕਦਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਣੀ ਟਰਮ ਹੈ ਟਾਈਪਸ ਆਫ ਰੀਪਰੋਡਕਸ਼ਨ। ਟਾਈਪਸ ਆਫ ਰੀਪਰੋਡਕਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਸੈਕਸ਼ੂਅਲ ਰੀਪਰੋਡਕਸ਼ਨ ਐਂਡ ਏਸੈਕਸ਼ੂਅਲ ਰੀਪਰੋਡਕਸ਼ਨ। ਸੋ ਪਹਿਲਾਂ ਆਪਣੇ ਕੋਲ ਏਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਕੀ ਆਉਂਦਾ ਵਾ? ਫਿਜ਼ਨ। ਫਿਜ਼ਨ ਦੇ ਵਿੱਚ ਆਪਾਂ ਮਲਟੀਪਲ ਫਿਜ਼ਨ ਅਤੇ ਬਾਈਨਰੀ ਫਿਜ਼ਨ ਬਾਰੇ ਪੜ੍ਹਾਂਗੇ, ਠੀਕ ਹੈ। ਬਰਡਿੰਗ ਦੇ ਵਿੱਚ ਮਤਲਬ ਕਿ ਬਰਡ ਆਊਟ ਗਰੋਥ ਹੋ ਜਾਂਦੀ, ਆਪਾਂ 10th ਵਿੱਚ ਵੀ ਪੜ੍ਹ ਰੱਖਿਆ ਹੈ। ਉਸ ਤੋਂ ਬਾਅਦ ਫਰੈਗਮੈਂਟੇਸ਼ਨ, ਪਾਰਥੀਨੋਜੈਨੇਸਿਸ, ਰੀਜਨਰੇਸ਼ਨ, ਇਹ ਤੁਹਾਨੂੰ ਸਾਰਾ ਕੁਛ ਅੱਗੇ ਪੜ੍ਹਾਇਆ ਜਾਊਗਾ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਜਿਹੜੀ ਸੈਕਸ਼ੂਅਲ ਰੀਪਰੋਡਕਸ਼ਨ ਹੈ ਉਹਦੇ ਵਿੱਚ ਮੇਲ ਰੀਪਰੋਡਕਟਿਵ ਸਿਸਟਮ ਐਂਡ ਫੀਮੇਲ ਰੀਪਰੋਡਕਟਿਵ ਸਿਸਟਮ, ਠੀਕ ਹੈ। ਫੀਮੇਲ ਰੀਪਰੋਡਕਸ਼ਨ ਸਿਸਟਮ ਅਤੇ ਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਪਹਿਲਾਂ ਗਮੀਟ ਬਣਨੇ ਜ਼ਰੂਰੀ ਹੈ, ਠੀਕ ਹੈ। ਟੈਸਟਿਸ ਦੇ ਵਿੱਚ ਮੇਲ ਦੇ ਵਿੱਚ ਸਪਰਮਸ ਬਣਦੇ ਆ, ਉਸ ਤੋਂ ਬਾਅਦ ਓਵਰੀਜ਼ ਦੇ ਵਿੱਚ ਫੀਮੇਲ ਦੇ ਵਿੱਚ ਮਤਲਬ ਓਵਾ ਬਣਦੇ ਆ, ਉਹ ਦੋਨੋਂ ਹੀ ਕੰਬਾਈਨ ਕਰਕੇ ਜ਼ਾਈਗੋਟ ਬਣਾਉਂਦੇ ਆ। ਇਹਨੂੰ ਐਨ ਦਾ ਨਾਮ ਦਿੱਤਾ ਜਾਂਦਾ, ਇਹਨੂੰ ਵੀ ਐਨ ਦਾ ਨਾਮ, ਦੋਨੋਂ ਕੰਬਾਈਨ ਕਰਕੇ 2n ਬਣਾਉਂਦੇ ਆ। ਉਸ ਤੋਂ ਬਾਅਦ ਐम्बारियो ਦੇ ਵਿੱਚ ਫੀਟਸ ਅਤੇ ਐਂਡ ਬੇਬੀ ਡਿਵੈਲਪ ਹੁੰਦਾ, ਓਕੇ। ਦੈਨ ਰੀਪਰੋਡਕਸ਼ਨ, ਫਿਰ ਸੇਮ ਉਹੀ ਚੀਜ਼। Reproduction is the phenomena by which the species is continued, okay. Then asexual reproduction and sexual reproduction, ਇਹਨਾਂ ਨੂੰ ਵੈਸੇ ਵੀ ਆਪਾਂ ਸਮਝ ਸਕਦੇ ਹਾਂ, ਬਟ ਜੇ ਇਹਨਾਂ ਨੂੰ ਆਪਾਂ ਡਿਫਰੈਂਸ਼ੀਏਟ ਕਰਕੇ ਸਮਝੀਏ ਤਾਂ ਆਪਾਂ ਨੂੰ ਕੁਛ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਏਗਾ, ਠੀਕ ਹੈ। ਤਾਂ ਫਸਟ ਆਫ ਆਲ ਏਸੈਕਸ਼ੂਅਲ ਰੀਪਰੋਡਕਸ਼ਨ। ਸੋ ਇਹਦੇ ਵਿੱਚ 1 ਪੇਰੈਂਟ ਇਨਵੋਲਵ ਹੁੰਦਾ, ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ 2 ਪੇਰੈਂਟ ਇਨਵੋਲਵ ਹੁੰਦੇ ਆ। ਯੂਨੀਪੈਰੈਂਟਲ ਮਤਲਬ ਕਿ 1 ਪੈਰੈਂਟਲ, ਬਾਈ ਪੈਰੈਂਟਲ ਮਤਲਬ ਕਿ 2 ਪੈਰੈਂਟਲ, ਇਹਨੂੰ ਮੋਨੋ ਪੈਰੈਂਟਲ ਵੀ ਕਿਹਾ ਜਾਂਦਾ ਵਾ ਏਸੈਕਸ਼ੂਅਲ ਰੀਪਰੋਡਕਸ਼ਨ ਨੂੰ। ਤੋ ਨੋ ਫਾਰਮੇਸ਼ਨ ਆਫ ਗਮੀਟ, ਉਹ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿਉਂਕਿ ਨਾ ਹੀ ਗਮੀਟਸ ਬਣਦੇ ਆ, ਨਾ ਹੀ ਉਹ ਡਿਵਾਈਡ ਮਤਲਬ ਕਿ ਪੇਰੈਂਟ ਸੈੱਲ ਹੀ ਹੁੰਦਾ ਜਿਹੜਾ ਉਹੀ ਆਪਣੇ ਡਾਟਰ ਸੈਲਸ ਦੇ ਵਿੱਚ ਡਿਵਾਈਡ ਹੋ ਜਾਂਦਾ, ਤਾਂ ਗਮੀਟ ਨਹੀਂ ਬਣਦੇ। ਇਹਦੇ ਵਿੱਚ ਪਹਿਲਾਂ ਗਮੀਟ ਬਣਦੇ ਆ, ਫਿਰ ਉਹਨਾਂ ਦੀ
ਮੀਟਿੰਗ ਹੁੰਦੀ ਹੈ, ਫਿਰ ਕਿਤੇ ਜਾ ਕੇ ਬੇਬੀ ਦੀ ਫਾਰਮੇਸ਼ਨ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਵਾ, ਏਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਆਪਣੇ ਕੋਲ ਮਾਈਟੋਟਿਕ ਡਿਵੀਜ਼ਨ ਹੁੰਦੀ ਆ। ਮਾਈਟੋਟਿਕ ਡਿਵੀਜ਼ਨ ਕੀ ਹੁੰਦੀ ਆ, ਮਤਲਬ ਕਿ ਡਿਵੀਜ਼ਨ ਜਿਹੜੀ ਹੁੰਦੀ ਆ 2 ਸੈਲਸ ਦੇ ਵਿੱਚ, ਜਿਹੜੇ ਸੈਲਸ ਹੁੰਦੇ ਆ ਉਹ 2 ਸੈਲਸ ਦੇ ਵਿੱਚ ਡਿਵਾਈਡ ਹੋ ਜਾਂਦੇ ਆ। ਉਸ ਤੋਂ ਬਾਅਦ ਜਿਹੜੀ ਸੈਕਸ਼ੁਅਲ ਰੀਪਰੋਡਕਸ਼ਨ ਹੁੰਦੀ ਆ ਉਹਦੇ ਵਿੱਚ ਮਿਓਸਿਸ ਹੁੰਦੀ ਆ। ਮਿਓਸਿਸ ਮਤਲਬ ਕਿ ਜਿਹੜੇ ਆਪਣੇ ਜਰਮ ਸੈਲਸ ਹੁੰਦੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਡਿਵਾਈਡ ਹੋ ਜਾਂਦੇ ਆ। ਉਹ ਸਿਰਫ 2 ਪਾਰਟਸ 'ਚ ਨਹੀਂ ਡਿਵਾਈਡ ਹੁੰਦੇ, ਉਹ ਜ਼ਿਆਦਾ ਤੋਂ ਜ਼ਿਆਦਾ ਡਿਵਾਈਡ ਹੋ ਜਾਂਦੇ ਆ। ਗਮੇਟੋਜੈਨੇਸਿਸ, ਜਦੋਂ ਗਮੇਟੋਜੈਨੇਸਿਸ ਹੁੰਦਾ ਇਹ ਤੁਹਾਨੂੰ ਸਾਰੀਆਂ ਟਰਮਸ 3rd ਚੈਪਟਰ ਦੇ ਵਿੱਚ ਪੜ੍ਹਾਈਆਂ ਜਾਣਗੀਆਂ। ਇਹਦੇ ਵਿੱਚ ਮਿਓਸਿਸ ਹੁੰਦਾ ਗਮੇਟੋਜੈਨੇਸਿਸ ਦੇ ਟਾਈਪ 'ਤੇ ਮਾਈਟੋਟਿਕ ਡਿਵੀਜ਼ਨ ਹੁੰਦਾ ਵਾ ਜਦੋਂ ਕਿ ਜ਼ਾਈਗੋਟ ਦੀ ਡਿਵੈਲਪਮੈਂਟ ਹੋਣੀ ਹੁੰਦੀ ਹੈ। ਠੀਕ ਹੈ, ਏਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਕੀ ਹੁੰਦਾ, ਕੋਈ ਵੀ ਵੈਰੀਏਸ਼ਨ ਨਹੀਂ ਕ੍ਰੀਏਟ ਹੁੰਦੀ, ਕਿਉਂਕਿ ਲਾਈਕ ਆਪਣਾ ਪੇਰੈਂਟ ਸੈੱਲ ਹੀ ਜਦੋਂ ਡਾਟਰ ਸੈਲਸ ਦੇ ਵਿੱਚ ਡਿਵਾਈਡ ਹੁੰਦਾ ਤਾਂ ਉਹਦੀਆਂ ਸਿਰਫ ਉਹ ਕਲੋਨਸ ਹੁੰਦੇ ਆ, ਉਹ ਉਹਨਾਂ ਦੇ ਕਾਪੀਜ਼ ਬਣ ਜਾਂਦੇ ਆ। ਠੀਕ ਹੈ, ਤਾਂ ਵੈਰੀਏਸ਼ਨ ਕ੍ਰੀਏਟ ਹੋ ਹੀ ਨਹੀਂ ਸਕਦੀ। ਜਿਹੜੀ ਸੈਕਸ਼ੁਅਲ ਰੀਪਰੋਡਕਸ਼ਨ ਹੁੰਦੀ ਹੈ ਇਹਦੇ ਵਿੱਚ 2 ਆਰਗੇਨਿਜ਼ਮ ਕੰਬਾਈਨ ਹੁੰਦੇ ਆ ਤਾਂ ਵੈਰੀਏਸ਼ਨ ਕ੍ਰੀਏਟ ਹੁੰਦੀ ਆ। ਏਸੈਕਸ਼ੁਅਲ ਰੀਪਰੋਡਕਸ਼ਨ ਕੀ ਹੁੰਦੀ ਆ, ਇਹ ਇੱਕ ਰੈਪਿਡ ਪ੍ਰੋਸੈਸ ਆ, ਮਤਲਬ ਕਿ ਬਹੁਤ ਜਲਦੀ ਹੋ ਜਾਂਦੀ ਹੈ। ਸੈਕਸ਼ੁਅਲ ਰੀਪਰੋਡਕਸ਼ਨ ਇੱਕ ਮਤਲਬ ਸਲੋ ਪ੍ਰੋਸੈਸ ਹੈ। ਉਸ ਤੋਂ ਨੈਕਸਟ ਜਿਹੜੇ ਨਿਊ ਆਰਗੇਨਿਜ਼ਮ ਨੇ ਉਹ ਪ੍ਰੋਡਿਊਸ ਹੁੰਦੇ ਨੇ ਸੋਮੈਟਿਕ ਸੈਲਸ ਤੋਂ ਵੀ। ਸੋਮੈਟਿਕ ਸੈਲਸ ਤੁਹਾਨੂੰ ਪਤਾ ਹੋਣਾ ਚਾਹੀਦਾ, ਸੋਮੈਟਿਕ ਸੈਲਸ ਕੀ ਹੁੰਦਾ। ਸੋਮੈਟਿਕ ਸੈਲਸ ਹੁੰਦੇ ਆ ਕਿ ਜਿਹੜੇ ਸਾਰੇ ਸੈਲਸ ਹੁੰਦੇ ਆ ਬੋਡੀ ਦੇ ਵਿੱਚ ਐਕਸੈਪਟ ਗਮੀਟ ਸੈਲਸ। ਠੀਕ ਹੈ, ਗਮੀਟ ਸੈਲਸ ਤੋਂ ਐਕਸੈਪਟ ਜਿੰਨੇ ਵੀ ਸੈਲਸ ਹੁੰਦੇ ਆ ਉਹਨਾਂ ਨੂੰ ਸੋਮੈਟਿਕ ਸੈਲਸ ਕਿਹਾ ਜਾਂਦਾ। ਇਹਦੇ ਵਿੱਚ ਸਾਰੇ ਸੈਲਸ ਇਨਕਲੂਡ ਹੁੰਦੇ ਆ, ਜਿਹੜੇ ਵੀ ਪਾਰਟਸ ਆਫ ਬੋਡੀ ਹੁੰਦੇ ਆ, ਲੀਵਰ ਸੈੱਲ, ਹਾਰਟ ਸੈੱਲ, ਜੋ ਵੀ ਸੈੱਲ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਇਨਕਲੂਡ ਹੁੰਦੇ ਆ, ਤਾਂ ਇਹਨੂੰ ਸੋਮੈਟੋਜੈਨਿਕ ਰੀਪਰੋਡਕਸ਼ਨ ਵੀ ਕਿਹਾ ਜਾਂਦਾ। ਉਸ ਤੋਂ ਨੈਕਸਟ ਜਿਹੜੀ ਸੈਕਸ਼ੁਅਲ ਰੀਪਰੋਡਕਸ਼ਨ ਹੈ ਉਹਦੇ ਵਿੱਚ ਜਰਮੀਨਲ ਸੈੱਲ ਹੁੰਦੇ, ਜਰਮ ਸੈਲਸ ਲਾਈਕ ਜਿਹੜੇ ਸੈਕਸ ਸੈੱਲ ਹੁੰਦੇ ਉਹਨਾਂ ਨੂੰ ਜਰਮ ਸੈੱਲ ਕਿਹਾ ਜਾਂਦਾ। ਇਹਨਾਂ ਤੋਂ ਇੱਕ ਮੀਟ ਬਣਦੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਏਸੈਕਸ਼ੁਅਲ ਰੀਪਰੋਡਕਸ਼ਨ ਹੈ ਇਹ ਲੋਅਰ ਆਰਗੇਨਿਜ਼ਮਸ ਦੇ ਵਿੱਚ ਹੁੰਦੀ ਹੈ, ਲਾਈਕ ਜਿਵੇਂ ਕਿ ਅਮੀਬਾ, ਫੰਜਾਈ, ਐਲਗੀ ਵਗੈਰਾ 'ਚ। ਅਤੇ ਜਿਹੜੀ ਸੈਕਸ਼ੁਅਲ ਰੀਪਰੋਡਕਸ਼ਨ ਹੁੰਦੀ ਹੈ ਇਹ ਹਾਈਅਰ ਆਰਗੇਨਿਜ਼ਮ ਦੇ ਵਿੱਚ ਹੁੰਦੀ ਹੈ, ਲਾਈਕ ਕਿ ਮਤਲਬ ਹਿਊਮਨ ਹੋ ਗਿਆ, ਹੋਰ ਜਿਹੜੇ ਵੱਡੇ ਵੱਡੇ ਆਰਗੇਨਿਜ਼ਮ ਹੋ ਗਏ ਉਹਨਾਂ ਦੇ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਇਹਨਾਂ ਦੇ ਟਾਈਪਸ ਬਾਰੇ ਸਟੱਡੀ ਕਰਦੇ ਹਾਂ। ਇਸ ਵੀਡੀਓਜ਼ ਦੇ ਵਿੱਚ ਆਪਾਂ ਸਿਰਫ ਏਸੈਕਸ਼ੁਅਲ ਰੀਪਰੋਡਕਸ਼ਨ ਬਾਰੇ ਹੀ ਪੜ੍ਹਾਂਗੇ, ਉਹਦੇ ਟਾਈਪਸ ਪੜ੍ਹਾਂਗੇ। ਦੈਨ ਨੈਕਸਟ ਵੀਡੀਓ ਦੇ ਵਿੱਚ ਆਪਣਾ ਇਹ ਚੈਪਟਰ ਕੰਪਲੀਟ ਹੋ ਜਾਏਗਾ। ਤੋ ਵਾਟ ਇਜ਼ ਏਸੈਕਸ਼ੁਅਲ ਰੀਪਰੋਡਕਸ਼ਨ, ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਫਾਰਮੇਸ਼ਨ ਆਫ ਗਮੀਟਸ ਨਹੀਂ ਹੁੰਦੀ, ਸਿੱਧਾ ਹੀ ਪੇਰੈਂਟ ਸੈੱਲ ਡਾਟਰ ਸੈਲਸ ਦੇ ਵਿੱਚ ਡਿਵਾਈਡ ਹੋ ਜਾਂਦਾ। ਆਈ ਹੋਪ ਇਹ ਤੁਹਾਨੂੰ ਯਾਦ ਹੋ ਗਿਆ ਹੋਣਾ। ਦੈਨ ਇਹਦੇ ਵਿੱਚ ਜਦੋਂ ਆਪਾਂ ਏਸੈਕਸ਼ੁਅਲ ਰੀਪਰੋਡਕਸ਼ਨ ਪੜ੍ਹ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜੀ ਟਰਮ ਪਤਾ ਹੋਣੀ ਚਾਹੀਦੀ ਆ, ਦੈਟ ਇਜ਼ ਕਲੋਨਸ। What are clones? Clones are same copies of their parents. ठीक है, morphologically and genetically similar organism. ठीक है, ਸਭ ਤੋਂ ਪਹਿਲਾਂ ਆਪਾਂ ਟਾਈਪਸ ਆਫ ਏਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ ਪੜ੍ਹਾਂਗੇ ਫਿਜ਼ਨ ਬਾਰੇ। ਠੀਕ ਹੈ, ਫਿਜ਼ਨ ਕੀ ਹੁੰਦਾ ਆਪਾਂ ਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ, ਮਤਲਬ ਕਿ ਡਿਵੀਜ਼ਨ ਹੋਣਾ। ਠੀਕ ਹੈ, ਪੇਰੈਂਟ ਸੈੱਲ ਦਾ ਡਿਵੀਜ਼ਨ ਹੋ ਜਾਂਦਾ 2 ਔਰ ਮੋਰ ਡਾਟਰ ਸੈਲਸ ਦੇ ਵਿੱਚ। ਠੀਕ ਹੈ, ਫਿਜ਼ਨ 2 ਟਾਈਪਸ ਦਾ ਹੁੰਦਾ, ਬਾਈਨਰੀ ਫਿਜ਼ਨ ਅਤੇ ਮਲਟੀਪਲ ਫਿਜ਼ਨ। ਜਿਹੜਾ ਬਾਈਨਰੀ ਫਿਜ਼ਨ ਹੁੰਦਾ ਇਹਦੇ ਵਿੱਚ ਜਿਹੜਾ ਅਡਲਟ ਪੇਰੈਂਟ ਹੁੰਦਾ ਉਹ ਆਪਦੇ ਆਪ ਨੂੰ ਡਿਵਾਈਡ ਕਰ ਲੈਂਦਾ 2 ਇਕੁਅਲ ਡਾਟਰ ਸੈਲਸ ਦੇ ਵਿੱਚ, ਸਿਰਫ 2 ਇਕੁਅਲ ਔਰ ਡਾਟਰ ਸੈਲਸ ਦੇ ਵਿੱਚ, ਉਹ ਵੀ ਫੇਵਰੇਬਲ ਕੰਡੀਸ਼ਨ ਦੇ ਅੰਦਰ। ਓਕੇ, ਉਹ ਤੋਂ ਬਾਅਦ ਜਿਹੜਾ ਮਲਟੀਪਲ ਫਿਜ਼ਨ ਹੁੰਦਾ ਉਹਦੇ ਵਿੱਚ ਜਿਹੜਾ ਪੇਰੈਂਟ ਹੁੰਦਾ ਉਹ ਆਪਦੇ ਆਪ ਨੂੰ ਡਿਵਾਈਡ ਕਰ ਲੈਂਦਾ 2 ਤੋਂ ਜ਼ਿਆਦਾ ਡਾਟਰ ਸੈਲਸ ਦੇ ਵਿੱਚ, ਉਹ ਵੀ ਅਨਫੇਵਰੇਬਲ ਕੰਡੀਸ਼ਨ ਦੇ ਵਿੱਚ। ਪਰ ਇਹ ਹੁੰਦੇ ਕੀ ਆ, ਕਲੋਨਸ ਹੀ ਹੁੰਦੇ ਆ, ਇੱਕ ਦੂਸਰੇ ਦੀ ਕਾਪੀ ਹੁੰਦੇ ਆ। ਠੀਕ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਦਿਖਾਈ ਹੈ ਬਾਈਨਰੀ ਫਿਜ਼ਨ ਦੀ। ਬਾਈਨਰੀ ਫਿਜ਼ਨ ਅਮੀਬਾ ਦੇ ਵਿੱਚ ਹੁੰਦਾ। ਅਮੀਬਾ ਦੇਖ ਲਓ, ਇਹਦਾ ਜਿਹੜਾ ਨਿਊਕਲੀਅਸ ਆ ਉਹ ਡਿਵਾਈਡ ਹੋ ਰਿਹਾ ਐਂਡ ਤੇ ਇਹ ਸਿਰਫ 2 ਆਰਗੇਨਿਜ਼ਮ ਦੇ ਵਿੱਚ ਬਣ ਗਿਆ। ਓਕੇ, ਇਸ ਤੋਂ ਬਾਅਦ ਜਿਹੜਾ ਮਲਟੀਪਲ ਫਿਜ਼ਨ ਹੁੰਦਾ ਇਹ ਆਪਾਂ ਦਿਖਾ ਸਕਦੇ ਹਾਂ ਕਿ ਜਿਹੜਾ ਮਲੇਰੀਅਲ ਪੈਰਾਸਾਈਟ ਆ ਉਹ ਮੈਨ ਦੇ RBCs ਦੇ ਵਿੱਚ ਕਿਵੇਂ ਆਪਣਾ ਮਤਲਬ ਕਿ ਮਲਟੀਪਲ ਫਿਜ਼ਨ ਕਰਦਾ। ਪਹਿਲਾਂ ਇਹ ਮਤਲਬ ਛੋਟੀ ਕੁਆਂਟਿਟੀ ਦੇ ਵਿੱਚ ਹੁੰਦਾ, ਦੈਨ ਇਹ ਨਿਊਕਲੀਆਈ ਦੇ ਵਿੱਚ ਤੱਕ ਫੈਲ ਜਾਂਦਾ, ਦੈਨ ਮੀਰੋਜ਼ੋਇਟ ਬਣ ਕੇ ਇਹ ਸਾਰੀ ਬੋਡੀ ਦੇ ਵਿੱਚ ਫੈਲ ਜਾਂਦਾ। ਠੀਕ ਹੈ, ਉਸ ਤੋਂ ਨੈਕਸਟ ਆਪਣੇ ਕੋਲ ਜਿਹੜੀ ਟਰਮ ਹੈ ਏਸੈਕਸ਼ੁਅਲ ਰੀਪਰੋਡਕਸ਼ਨ ਦੇ ਵਿੱਚ, ਦੈਟ ਇਜ਼ ਬਰਡਿੰਗ। ਬਰਡਿੰਗ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, we are studying this from previous classes. Budding, one or more unicellular or multicellular outgrowths called bud. ਠੀਕ ਹੈ, ਇੱਕ ਮਤਲਬ ਕਿ ਆ ਜਿੱਦਾਂ ਇਹਨੂੰ ਬਰਡ ਕਹਿੰਦੇ ਆ, ਮਤਲਬ ਕਿ ਇਹ ਆਰਗੇਨਿਜ਼ਮ ਦੇ ਬਾਹਰ ਇੱਕ ਬਰਡ ਗਰੋ ਹੋ ਜਾਂਦੀ ਆ, ਉਹਨੂੰ ਬਡਿੰਗ ਕਿਹਾ ਜਾਂਦਾ। ਬਡਿੰਗ ਵੀ 2 ਟਾਈਪਸ ਦੀ ਹੁੰਦੀ ਹੈ, ਐਕਸਟਰਨਲ ਬਡਿੰਗ, ਇੰਟਰਨਲ ਬਡਿੰਗ। ਐਕਸਟਰਨਲ ਬਡਿੰਗ ਕਿ ਆਪਾਂ ਨੂੰ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਮਤਲਬ ਕਿ ਬਾਹਰ ਆਊਟਰ ਸਰਫੇਸ ਦੇ ਬਰਡ ਫਾਰਮਡ ਔਨ ਆਊਟਰ ਸਰਫੇਸ। ਇੰਟਰਨਲ ਬਰਡਿੰਗ ਜਿਹੜੀ ਬਰਡ ਹੁੰਦੀ ਹੈ ਉਹ ਫਾਰਮ ਹੁੰਦੀ ਹੈ ਇਨਸਾਈਡ ਦਾ ਪੇਰੈਂਟਲ ਬੋਡੀ, ਮਤਲਬ ਪੇਰੈਂਟਸ ਬੋਡੀ ਦੇ ਇਨਸਾਈਡ। ਇਹਦੀ ਐਗਜ਼ਾਮਪਲ ਆਪਾਂ ਗੈਮਿਊਲਸ ਲੈ ਸਕਦੇ ਹਾਂ। ਜਿਹੜੀ
ਆਪਣੇ ਕੋਲੇ ਨੇ ਇਹ ਆਪਣੇ ਕੋਲ ਐਕਸਟਰਨਲ ਬਰਡਿੰਗ ਦੀ ਐਗਜ਼ਾਮਪਲ ਹੈ। ਐਕਸਟਰਨਲ ਬਰਡਿੰਗ ਦੀ ਐਗਜ਼ਾਮਪਲ ਹੈ ਤਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਆਪਣੇ ਕੋਲ ਇੱਥੇ ਬਰਡ ਫਾਰਮ ਹੋ ਰਹੀ ਹੈ ਛੋਟੀ ਛੋਟੀ, ਫਿਰ ਉਸ ਤੋਂ ਬਾਅਦ ਇਹ ਥੋੜ੍ਹੀ ਥੋੜ੍ਹੀ ਵੱਡੀ ਹੋਈ ਜਾਂਦੀ ਹੈ, ਦੈਨ ਫੁੱਲੀ ਮੈਚਿਓਰ ਬਰਡ, ਦੈਨ ਹਾਈਡਰਾ, ਇੱਕ ਕੰਪਲੀਟ ਹਾਈਡਰਾ ਬਣ ਜਾਂਦਾ। ਬਰਡਿੰਗ ਇਨ ਹਾਈਡਰਾ ਇਹ ਬਹੁਤ ਜ਼ਿਆਦਾ ਫੇਮਸ ਐਗਜ਼ਾਮਪਲ ਹੈ ਬਰਡਿੰਗ ਦੇ ਵਿੱਚ, ਕਿਤੇ ਵੀ ਆਵੇ ਤਾਂ ਤੁਸੀਂ ਇਹਨੂੰ ਆਪਦੇ ਵਰਡਿੰਗ ਦੇ ਵਿੱਚ ਐਕਸਪਲੇਨ ਕਰ ਸਕਦੇ ਹੋ। ਦੈਨ ਨੈਕਸਟ ਟਾਈਪ ਇਜ਼ ਫਰੈਗਮੈਂਟੇਸ਼ਨ। ਫਰੈਗਮੈਂਟੇਸ਼ਨ ਇਜ਼ ਵਾਟ ਫਰੈਗਮੈਂਟੇਸ਼ਨ ਇਜ਼ ਵਾਟ ਜਿਹੜੀ ਪੇਰੈਂਟਲ ਬੋਡੀ ਆ ਉਹ ਬ੍ਰੇਕ ਡਾਊਨ ਹੁੰਦੀ ਆ 2 ਔਰ ਮੋਰ ਫਰੈਗਮੈਂਟਸ ਦੇ ਵਿੱਚ, ਆਈਦਰ ਬਾਈ ਵੇਵ ਐਕਸ਼ਨ ਔਰ ਬਾਈ ਡੈਥ ਔਰ ਡਿਕੇ। ਜਿਹੜੀ ਪੇਰੈਂਟਲ ਬੋਡੀ ਹੁੰਦੀ ਆ ਉਹ ਆਪਦੇ ਆਪ ਨੂੰ 2 ਜਾਂ 2 ਤੋਂ ਜ਼ਿਆਦਾ ਫਰੈਗਮੈਂਟਸ ਦੇ ਵਿੱਚ ਡਿਵਾਈਡ ਕਰ ਲੈਂਦੀ ਆ, ਜਾਂ ਤਾਂ ਵੇਵ ਦੇ ਐਕਸ਼ਨ ਦੇ ਨਾਲ, ਜਾਂ ਉਹਨਾਂ ਦੀ ਜਦੋਂ ਡੈਥ ਹੋ ਜਾਂਦੀ ਆ ਉਦੋਂ। ਜਿਵੇਂ ਆ ਆਪਣੇ ਕੋਲ ਮਾਈਕਰੋਸਟੋਮੀਅਮ ਦੀ ਐਗਜ਼ਾਮਪਲ ਹੈ। ਇਹਦੇ ਵਿੱਚ ਆ ਜਿਹੜਾ ਮਾਈਕਰੋਸਟੋਮੀਅਮ ਆ ਉਹ ਆਪਦੇ ਆਪ ਨੂੰ ਦੇਖੋ ਆ 3-4 ਪਾਰਟਸ ਦੇ ਵਿੱਚ ਡਿਵਾਈਡ ਕਰ ਲੈਂਦਾ ਹੈ, ਠੀਕ ਹੈ। ਆਹ ਦੇਖ ਲਓ ਉੱਪਰ ਦਿੱਤਾ ਵੀ ਹੋਇਆ ਸਾਰਾ ਕੁਝ, ਓਕੇ। ਦੈਨ ਉਸ ਤੋਂ ਨੈਕਸਟ ਹੈ ਜ਼ੂਸਪੋਰਸ। ਜ਼ੂਸਪੋਰਸ ਕੀ ਹੁੰਦਾ ਹੈ, ਇਹਦੇ ਵਿੱਚ ਫੰਜਾਈ ਅਤੇ ਐਲਗੀ ਉਹ ਰੀਪਰੋਡਿਊਸ ਕਰਦੇ ਆ ਸਪੈਸ਼ਲ ਏਅਰ ਸੈਕਸ਼ੂਅਲ ਰੀਪਰੋਡਕਸ਼ਨ ਦੇ ਸਟਰਕਚਰ ਦੇ ਥਰੂ ਇਨ ਅਕੁਐਟਿਕ ਮੀਡੀਅਮ, ਠੀਕ ਹੈ। ਤਾਂ ਆਹ ਦੇਖ ਸਕਦੇ ਹੋ ਤੁਸੀਂ ਆਹ ਜ਼ੂਸਪੋਰ ਹੈ, ਇਹ ਐਲਗੀ ਅਤੇ ਜਿਹੜੀ ਐਲਗੀ ਦਾ ਜ਼ੂਸਪੋਰ ਦਿਖਾਇਆ ਹੋਇਆ, ਐਲਗੀ ਅਤੇ ਜਿਹੜੀ ਫੰਜਾਈ ਉਹ ਇੱਕ ਦੂਜੇ ਨੂੰ ਕੰਬਾਈਨ ਕਰਕੇ ਸਪੋਰਸ ਬਣਾਉਂਦੀਆਂ ਨੇ, ਇਹਨੂੰ ਜ਼ੂਸਪੋਰਸ ਕਹਿੰਦੇ ਆ, ਓਕੇ। ਦੈਨ ਵਾਟ ਇਜ਼ ਨੈਕਸਟ, ਇਟਸ ਕੋਨੀਡੀਆ। ਕੋਨੀਡੀਆ ਦੇ ਵਿੱਚ ਕੀ ਹੁੰਦਾ ਹੈ, ਮਤਲਬ ਕਿ ਆਪਣੇ ਕੋਲੇ ਕੋਨੀਡੀਆ ਦੇ ਵਿੱਚ ਆਹ ਛੋਟੇ ਛੋਟੇ ਇਹਨਾਂ ਨੂੰ ਕੋਨੀਡੀਆ ਕਹਿੰਦੇ ਆ। ਇਹ ਫਾਰਮ ਹੋ ਜਾਂਦੇ ਹੈਗੇ ਆਊਟਰ ਸਰਫੇਸ ਦੇ ਵਿੱਚ। ਨੋਨ ਮੋਟਾਈਲ ਸਪੋਰਸ ਪ੍ਰੋਡਿਊਸਡ ਐਗਜ਼ੋਜੀਨੀਅਸਲੀ ਔਨ ਦਾ ਕੰਸਟਰਕਸ਼ਨ ਐਟ ਦਾ ਟਿਪਸ, ਠੀਕ ਹੈ। ਆਪਾਂ ਨੂੰ ਪਤਾ ਚੱਲ ਰਿਹਾ ਕਿ ਨੋਨ ਮੋਟਾਈਲ ਜਿਹੜੇ ਸਪੋਰਸ ਨੇ ਉਹ ਪ੍ਰੋਡਿਊਸ ਹੋ ਜਾਂਦੇ ਆ ਆਊਟਰ ਸਰਫੇਸ ਦੇ ਵਿੱਚ, ਟਿਪਸ 'ਤੇ। ਆਹ ਸਾਰੀਆਂ ਟਿਪਸ 'ਤੇ ਆਊਟਰ ਸਰਫੇਸ 'ਤੇ ਆਏ ਹੋਏ ਆ। ਐਗਜ਼ਾਮਪਲ ਆਹ ਕੋਨੀਡੀਆ ਇਨ ਪੈਨੀਸੀਲੀਅਮ। ਦੈਨ ਉਸ ਤੋਂ ਨੈਕਸਟ ਆਪਣੇ ਕੋਲ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ। ਵੈਜੀਟੇਟਿਵ ਪ੍ਰੋਪੇਗੇਸ਼ਨ ਇਜ਼ 2 ਟਾਈਪ ਦੀ ਹੁੰਦੀ ਹੈ, ਨੈਚੁਰਲ ਅਤੇ ਆਰਟੀਫਿਸ਼ੀਅਲ। ਇਹ ਵੈਸੇ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ। ਇਸ ਦੇ ਵਿੱਚ ਨਾ ਆਪਾਂ ਨੂੰ ਜ਼ਿਆਦਾ ਮਤਲਬ 1 ਮਾਰਕ ਦਾ ਕੁਐਸਚਨ ਆਉਂਦਾ ਹੁੰਦਾ ਕਿ ਇਹਨਾਂ ਦੀ ਐਗਜ਼ਾਮਪਲ, ਠੀਕ ਹੈ। ਤਾਂ ਜਿਹੜੀ ਨੈਚੁਰਲ ਪ੍ਰੋਪੇਗੇਸ਼ਨ ਉਹ ਲੀਵਸ ਦੇ ਦੁਆਰਾ ਹੁੰਦੀ, ਸਟੈਮਸ ਦੇ ਦੁਆਰਾ ਹੁੰਦੀ ਅਤੇ ਰੂਟ ਦੇ ਦੁਆਰਾ ਹੁੰਦੀ। ਜਿਹੜੀ ਲੀਵਸ ਦੇ ਦੁਆਰਾ ਹੁੰਦੀ ਉਹ ਬਾਇਓਫਾਈਲਮ ਦੇ ਵਿੱਚ ਹੁੰਦੀ, ਸਟੈਮਸ ਦੇ ਦੁਆਰਾ ਇੱਕ ਬਲਬ, ਓਨੀਅਨ, ਫਿਰ ਕੌਰਨ ਕਲੋਸਕਿਸਾ ਅਤੇ ਟਿਊਬਰ ਪੋਟੈਟੋ। ਇਹ ਤੁਹਾਨੂੰ ਯਾਦ ਹੋਣੇ ਚਾਹੀਦੇ, ਇਹ ਟਰਮਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਉਹ ਤੋਂ ਬਾਅਦ ਰੂਟ ਦੇ ਨਾਲ ਜਿਹੜੀ ਹੁੰਦੀ ਆ ਉਹ ਰੈਡਿਸ਼ ਅਤੇ ਕੈਰਟ ਦੇ ਵਿੱਚ ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਆਰਟੀਫਿਸ਼ੀਅਲ ਪ੍ਰੋਪੇਗੇਸ਼ਨ ਹੁੰਦੀ ਹੈ ਉਹਦੇ ਵਿੱਚ ਕਟਿੰਗ ਹੋ ਜਾਂਦੀ ਹੈ, ਪਹਿਲਾਂ ਕਦੇ ਸਟੈਮ ਦੀ ਕਦੇ ਰੂਟ ਦੀ, ਠੀਕ ਹੈ। ਇਹਦੇ ਵਿੱਚ ਐਗਜ਼ਾਮਪਲ ਆਪਾਂ ਰੋਜ਼ ਲੈ ਸਕਦੇ ਹਾਂ। ਉਸ ਤੋਂ ਬਾਅਦ ਲੇਅਰਿੰਗ ਹੁੰਦੀ ਜੈਸਮੀਨ ਦੇ ਵਿੱਚ, ਗ੍ਰਾਫਟਿੰਗ ਹੁੰਦੀ ਹੈ ਮੈਂਗੋ ਜਾਂ ਐਪਲ ਦੇ ਵਿੱਚ, ਟਿਸ਼ੂ ਕਲਚਰ ਦੇ ਵਿੱਚ ਪਲਾਂਟ ਬਰੀਡਿੰਗ ਹੁੰਦੀ ਹੈ, ਓਕੇ। ਉਸ ਤੋਂ ਨੈਕਸਟ ਇਹਨਾਂ ਦੀਆਂ ਡਾਇਗਰਾਮ ਮੈਂ ਤੁਹਾਨੂੰ ਦਿਖਾ ਰਹੀ ਹਾਂ। ਡਾਇਗਰਾਮ ਵੈਜੀਟੇਟਿਵ ਪੋਟੈਟੋ ਦੇ ਵਿੱਚ ਹੋ ਰਹੀ ਹੈ, ਠੀਕ ਹੈ। ਐਡਵੈਂਚਰਸ ਰੂਟ ਜਿਹੜੀਆਂ ਡਿਵੈਲਪ ਹੋ ਰਹੀਆਂ ਨੇ ਇਹ ਜਿੰਜਰ ਦੇ ਵਿੱਚ ਹੋ ਰਹੀਆਂ ਨੇ। ਉਸ ਤੋਂ ਬਾਅਦ ਬਲਬ ਆ, ਠੀਕ ਹੈ, ਬਲਬ ਆਫ ਅਗੇਵ। ਉਸ ਤੋਂ ਨੈਕਸਟ ਹੈ ਬਰਾਇਓਫਾਈਲਮ, ਦੇਖ ਸਕਦੇ ਤੁਸੀਂ ਇੱਥੇ ਐਡਵੈਂਚਰਸ ਬਰਡਸ ਗਰੋ ਹੋ ਰਹੀਆਂ ਨੇ। ਉਸ ਤੋਂ ਬਾਅਦ ਆਫਸੈਟ ਹੈ, ਓਕੇ। ਦੈਨ ਇਹ ਲੈਕਚਰ ਆਪਾਂ ਇੱਥੇ ਖ਼ਤਮ ਕਰਦੇ ਹਾਂ। ਤਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਸੈਕਸ਼ੂਅਲ ਰੀਪਰੋਡਕਸ਼ਨ ਸਟੱਡੀ ਕਰਾਂਗੇ, ਠੀਕ ਹੈ। ਅਤੇ ਲੈਕਚਰ ਦੇ ਨੋਟਸ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਜ਼ਰੂਰ ਮਿਲ ਜਾਣਗੇ। ਤਾਂ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਰਹੀ ਹਾਂ, ਤਾਂ ਤੁਸੀਂ ਉੱਥੋਂ ਲੈ ਲਿਓ। ਅਤੇ ਚੈਨਲ ਨੂੰ ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ, ਲਾਈਕ ਕਰਿਓ। ਥੈਂਕ ਯੂ ਸੋ ਮਚ।